ਹੁਣ ਅੱਜ ਅਸੀਂ ਰਿਪੋर्ट ਜਾਰੀ ਕੀਤੀ ਹੈ। ਇਹਦੇ ਵਿੱਚ 2004 ਤੋਂ ਲੈ ਕੇ ਹੁਣ ਤੱਕ ਜਿਹੜੇ ਕੈਂਡੀਡੇਟਸ ਸਗੇ ਲੋਕ ਸਭਾ ਦੇ ਅਤੇ ਵਿਧਾਨ ਸਭਾ ਦੇ ਉਹਨਾਂ ਦੀ ਗਿਣਤੀ ਬਣਦੀ ਸੀ 3547। ਇੰਨੇ ਜਿਹੜੇ ਉਮੀਦਵਾਰ ਸਗੇ ਟੋਟਲ, ਔਰ ਉਹਦੇ ਵਿੱਚੋਂ ਜਿਹੜੇ 413 ਸਗੇ ਉਹ ਜਿੱਤੇ ਨੇ। ਕੁਝ ਉਹਨਾਂ ਦੇ ਵਿੱਚੋਂ MP ਬਣੇ ਨੇ ਤੇ ਕੁਝ MLA ਬਣੇ ਨੇ। ਇਹਨਾਂ 413 ਵਿੱਚੋਂ 69 ਜਿਹੜੇ MP ਜਾਂ MLA ਬਣੇ ਨੇ, ਇਹ ਟੋਟਲ 17% ਸੀਗੇ ਤੇ ਇਹ 17% ਨੇ ਆਪਣੇ ਖਿਲਾਫ ਅਪਰਾਧਿਕ ਕੇਸ ਦੱਸੇ ਆ ਕਿ ਸਾਡੇ ਤੇ ਵੱਖ-ਵੱਖ ਤਰ੍ਹਾਂ ਦੇ ਮਾਮਲੇ ਦਰਜ ਸੀਗੇ। ਜਦੋਂ ਉਮੀਦਵਾਰ ਆਪ ਆਪਣੇ ਬਾਰੇ ਕੇਸ ਦੱਸ ਰਿਹਾ ਤੇ ਲੋਕਾਂ ਨੂੰ ਉਸ ਚੀਜ਼ ਨੂੰ ਜੱਜ ਕਰਨਾ ਚਾਹੀਦਾ ਵੀ ਜੇ ਉਸ ਬੰਦੇ ਤੇ ਪਹਿਲਾਂ ਹੀ ਇੰਨੇ ਕੇਸ ਦਰਜ ਹੈ ਔਰ ਇੰਨੇ ਗੰਭੀਰ ਕੇਸ ਦਰਜ ਹੈ, ਉਸ ਨੂੰ ਆਪਾਂ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ, ਜਾਂ ਉਸ ਦੇ ਮੁਕਾਬਲੇ ਹੋਰ ਕਿਹੜਾ ਉਮੀਦਵਾਰ ਚੁਣਨਾ ਹੈ। ਅਸੀਂ ਦੇਖਦੇ ਆਏ ਹਾਂ ਕਿ ਪੋਲੀਟੀਕਲ ਪਾਰਟੀਆਂ ਨੇ ਆਪਣੇ ਹਲਕੇ ਦੇ ਵਿੱਚ ਉਸ ਟਾਈਪ ਦੇ ਬੰਦੇ ਨੂੰ ਟਿਕਟ ਦਿੰਦੇ ਮੋਸਟਲੀ ਆਪਾਂ ਦੇਖਣ ਵਿੱਚ ਆਉਂਦਾ ਕਿ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਇੱਕ ਡਰ ਵੀ ਹੁੰਦਾ ਹੈ। ਜਦੋਂ ਕਿਸੇ ਜਿਹੜਾ ਉਮੀਦਵਾਰ ਹੈ ਉਹਦੇ ਕੋਲ ਪ੍ਰਾਪਰਟੀ ਜ਼ਿਆਦਾ ਆ, ਉਹਦੇ ਤੇ ਕ੍ਰਿਮੀਨਲ ਕੇਸ ਜ਼ਿਆਦਾ ਨੇ, ਉਹਦੇ ਕੋਲ ਮਤਲਬ ਮਸਲ ਪਾਵਰ ਜ਼ਿਆਦਾ ਆ, ਉਹਦੇ ਜਿੱਤਣ ਦੇ ਅਸਾਰ ਉਨੇ ਜ਼ਿਆਦਾ ਵੱਧਦੇ ਸ਼ੋ ਹੋ ਰਹੇ ਨੇ ਜੋ ਡਾਟਾ ਐਨਾਲਿਸਿਸ ਕੀਤਾ। कितना साहब ਤੁਹਾਡੀ ਗੱਲ ਵੀ ਤਸਦੀਕ ਕਰਦੀ ਹੈ ਕਿ ਜੇ ਤੁਹਾਡੇ ਅੰਕੜੇ ਵੀ ਤਸਦੀਕ ਕਰਦੇ ਨੇ ਕਿ ਜਿੰਨਾ ਪਹਿਲਾਂ ਤਾਂ ਜਿਹੜੇ ਉਮੀਦਵਾਰ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੀ ਪ੍ਰਾਪਰਟੀ ਕਿੰਨੀ ਸੀ, ਫਿਰ ਵਧੀ, ਜਿਨ੍ਹਾਂ ਕੋਲੇ ਵਧੀ ਤੇ ਜਿਨ੍ਹਾਂ ਕੋਲੇ ਅਪਰਾਧਿਕ ਛਵੀ ਵੀ ਵਧੀ ਤਾਂ ਉਹਨਾਂ ਦਾ ਜਿੱਤਣ ਦਰ ਵੀ ਵਧੀ। ਇਹਨਾਂ ਪੋਲੀਟੀਕਲ ਪਾਰਟੀਆਂ ਨੇ ਔਰਤਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਦਰਜਾ ਦਿੱਤਾ। ਉਹ ਇਹ ਹੈ ਕਿ 3547 ਉਮੀਦਵਾਰਾਂ ਵਿੱਚੋਂ ਸਿਰਫ 256 ਉਮੀਦਵਾਰ ਜਿਹੜੀਆਂ ਉਹ ਮਹਿਲਾਵਾਂ ਸਨ। ਲੇਕਿਨ ਇਹ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਜਦੋਂ ਪਬਲਿਕ ਇੰਟਰਸਟ ਦੀ ਕੋਈ ਗੱਲ ਹੁੰਦੀ ਹੈ ਉਦੋਂ ਇਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ, ਜਦ ਕਿ ਚੋਣਾਂ ਲੜਨ ਵੇਲੇ ਜਾਂ ਲੋਕਾਂ 'ਚ ਪ੍ਰਚਾਰ ਕਰਨ ਵੇਲੇ ਇੱਕ ਦੂਜੇ ਦੇ ਵਿਰੋਧੀ ਹੁੰਦੀਆਂ। ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ RTI ਦੇ ਅੰਡਰ ਲਿਆਉਣਾ ਚਾਹੀਦਾ। ਤੇ ਜਦੋਂ RTI ਦੇ ਅੰਡਰ ਲਿਆਉਣ ਦੀ ਗੱਲ ਕੀਤੀ, ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਨੇ ਇੱਕ ਮੁੱਠਤਾ ਦੇ ਨਾਲ ਇਹ ਗੱਲ ਕਹੀ ਕਿ ਅਸੀਂ RTI ਦੇ ਅੰਡਰ ਨਹੀਂ ਆਉਣਾ। ਪੰਜਾਬ ਨੂੰ ਕਿਸ ਤਰ੍ਹਾਂ ਬਚਾਉਣਾ, ਪੰਜਾਬ ਨੂੰ ਨਵੇਂ ਦਿਸ਼ਾ ਵੱਲ ਕਿਸ ਤਰ੍ਹਾਂ ਮੋੜਨਾ ਹੈ, ਪੰਜਾਬ ਦੀਆਂ ਚੋਣਾਂ ਵੇਲੇ ਹਰ ਸਮੂਹ ਕਿਵੇਂ ਨਾ ਕਿਵੇਂ ਆਪਣਾ ਹਿੱਸੇਦਾਰੀ ਪਾ ਰਿਹਾ। ਜੇ ਕਿਸਾਨ ਅੰਦੋਲਨ 'ਚੋਂ ਨਿਕਲ ਕੇ ਜਥੇਬੰਦੀਆਂ ਪਾਰਟੀ ਬਣਾ ਕੇ ਪਾਉਣ ਦੀ ਕੋਸ਼ਿਸ਼ ਕਰਨੀ ਹੈ, ਜੂਸ ਦਾ ਪੰਜਾਬ ਆਪਦੇ ਹਿਸਾਬ ਨਾਲ ਪਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਇਹ ADR ਐਸੋਸੀਏਸ਼ਨ ਡੈਮੋਕ੍ਰੇਟਿਕ ਰਿਫਾਰਮਸ ਉਦੋਂ ਪਹਿਲਾਂ ਤੋਂ ਹੀ ਲੱਗਿਆ ਹੋਇਆ ਕਿ ਜਿਹੜੇ ਤੁਹਾਡੇ ਨੁਮਾਇੰਦੇ ਨੇ, ਨੁਮਾਇੰਦੇ ਕਿਸ ਤਰ੍ਹਾਂ ਚੁਣਨੇ ਨੇ, ਉਹਨਾਂ ਦਾ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਕਿਸ ਤਰ੍ਹਾਂ ਦੇ ਲੋਚਦੇ ਆ, ਪਰ ਉਸ ਜਿਹੇ ਨਤੀਜੇ ਨਹੀਂ ਆਉਂਦੇ। ਉਹ ਅੰਕੜੇ ਇਹ ADR ਸੰਸਥਾ ਵੱਲੋਂ ਇਕੱਠੇ ਕਰਕੇ ਲੋਕਾਂ ਨੂੰ ਦੱਸੇ ਜਾਂਦੇ ਨੇ ਕਿ ਵਿਚਾਰੋ ਕਿ ਤੁਹਾਡਾ ਨੇਤਾ ਕੈਸਾ ਹੋਣਾ ਚਾਹੀਦਾ ਹੈ, ਤੁਹਾਡੀ ਨੁਮਾਇੰਦਗੀ ਕਰਨ ਵਾਲਾ ਕੈਸਾ ਹੋਣਾ ਚਾਹੀਦਾ ਹੈ, ਉਹ ਸ਼ਾਫਗੋਈ ਵਾਲਾ ਹੋਣਾ ਚਾਹੀਦਾ ਹੈ। ਉਹ ਸਿਰਫ ਇੱਕ ਜਾਗਰੂਕ ਕਰਦੇ ਨੇ, ਵੋਟਰ ਕਿੰਨਾ ਜਾਗਰੂਕ ਹੁੰਦਾ ਹੈ, ਕਿੰਨਾ ਜਾਗਰੂਕ ਹੋ ਕੇ ਆਪਣੇ ਨੇਤਾ ਆਪਣੇ ਆਗੂ ਚੁਣਦਾ ਹੈ, ਇਹ ਆਉਣ ਵਾਲੇ ਦਿਨਾਂ ਦੀ ਗੱਲ ਹੈ। ਪਰ ਜਦੋਂ ਇੱਕ ਗੱਲ ਸ਼ੁਰੂ ਹੋ ਜਾਵੇ ਉਹ ਨਤੀਜੇ ਤੱਕ ਜ਼ਰੂਰ ਪਹੁੰਚਦੀ ਹੈ। ਪੰਜਾਬ ਦੀਆਂ ਚੋਣਾਂ ਸਿਰ 'ਤੇ ਨੇ। ਇਸ ਕੋਸ਼ਿਸ਼ ਨੂੰ ਲੈ ਕੇ ਐਸੋਸੀਏਸ਼ਨ ਡੈਮੋਕ੍ਰੇਟਿਕ ਰਿਫਾਰਮ ਲੋਕਤੰਤਰਿਕ ਸੁਧਾਰਾਂ ਦੇ ਵਿੱਚ ਲੱਗੇ ਹੋਏ ਇੱਕ ਸੰਸਥਾ ਪੰਜਾਬ ਇਲੈਕਸ਼ਨ ਬਾਜ 2022 ਤਹਿਤ ਅੱਜ ਚੰਡੀਗੜ੍ਹ ਪਹੁੰਚੀ ਹੈ। ਉਹ ਦੱਸ ਰਹੇ ਨੇ ਕਿ 2004 ਤੋਂ 2019 ਤੱਕ 4 ਲੋਕ ਸਭਾ 3 ਵਿਧਾਨ ਸਭਾ ਚੋਣਾਂ ਦੇ ਵਿੱਚ ਕਿ ਜਿਹੜੇ ਆਗੂ ਵੋਟਰਾਂ ਨੇ ਚੁਣੇ ਉਹਨਾਂ ਦਾ ਕਿਰਦਾਰ ਕਿਸ ਹੈ, ਉਹ ਪਹਿਲਾਂ ਕਿਸ ਤਰ੍ਹਾਂ ਦੇ ਸੀਗੇ, ਫਿਰ ਉਹਨਾਂ ਦੀ ਪ੍ਰਾਪਰਟੀ ਕਿਸ ਤਰ੍ਹਾਂ ਵਧੀ, ਲੋਕਾਂ ਦੇ ਸੁਧਾਰ ਹੋਏ ਜਾਂ ਨਹੀਂ ਹੋਏ ਉਹ ਅਲੱਗ ਗੱਲ ਹੈ। ਕੇਸ ਅਜੇ ਤੱਕ ਚੱਲ ਰਹੇ ਨੇ। ਅਜਿਹੇ ਅੰਕੜੇ ਲੈ ਕੇ ਉਹ ਲੋਕਾਂ ਦੇ ਸਾਹਮਣੇ ਰੱਖਣ ਆਏ ਨੇ। ਅਸੀਂ ਦਰਸ਼ਕਾਂ ਦੇ ਵਿੱਚ ਵਕਫਾ ਨਾ ਬਣਦੇ ਹੋਏ ਸਿੱਧਾ ਪਰਮਿੰਦਰ ਸਿੰਘ ਕਿਤਨਾ ਕੋਲੇ ਜਾਵਾਂਗੇ, ਜਿਨ੍ਹਾਂ ਨੇ ਅੱਜ ਇਹ ਅੰਕੜੇ ਪੇਸ਼ ਕੀਤੇ ਨੇ। ਕਿਤਨਾ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ। ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਕਿਤਨਾ ਸਾਹਿਬ, ਜਿਹੜੇ ਤੁਸੀਂ ਅੱਜ ਅੰਕੜੇ ਪੇਸ਼ ਕੀਤੇ ਨੇ, 1.5 ਦਹਾਕੇ ਦੇ ਨੇਗੇ ਜੀ। 1.5 ਦਹਾਕੇ ਦੇ ਵਿੱਚ ਤੁਸੀਂ ਉਦੋਂ ਪਹਿਲਾਂ ਦੇ ਲੱਗੇ ਹੋਏ ਹੋ ਕਿ ਵੋਟਰ ਆਪਣੇ ਨੁਮਾਇੰਦੇ ਕਿਸ ਤਰ੍ਹਾਂ ਚੁਣੇ, ਕਿਸ ਤਰ੍ਹਾਂ ਦਾ ਨੁਮਾਇੰਦਾ ਹੋਣਾ ਚਾਹੀਦਾ, ਆਸ ਉਹ ਰੱਖਦੇ ਨੇ ਪਰ ਫਿਰ ਨਾ ਕਿਤੇ ਉਲਝ ਕੇ ਰਹਿ ਜਾਂਦੇ ਨੇ। ਅੰਕੜਿਆਂ ਦੇ ਵਿੱਚ ਇਹ ਕਿ ਹੁਣ ਜੇ ਆਪਾਂ ਕਿਰਦਾਰਾਂ ਦੀ ਗੱਲ ਕਰੀਏ, ਜਿਹੜੇ ਨੁਮਾਇੰਦੇ ਹੁਣ ਤੱਕ ਚੁਣ ਚੁੱਕੇ ਨੇ ਵੋਟਰ, ਉਹਨਾਂ ਦੇ ਵਿੱਚ ਅਪਰਾਧਿਕ ਛਵੀ ਵਾਲੇ ਕਿੰਨੇ ਨੇ, ਜਿਨ੍ਹਾਂ ਦੀ ਪਹਿਲਾਂ ਆਰਥਿਕ ਦਸ਼ਾ ਕੈਸੀ ਸੀ, ਹੁਣ ਆਰਥਿਕ ਦਸ਼ਾ ਕਰੋੜਾਂ 'ਚ ਹੋ ਗਈ ਹੈ, ਉਹ ਥੋੜ੍ਹਾ ਦਰਸ਼ਕਾਂ ਨਾਲ ਸਾਂਝਾ ਕਰੋ। ਇਸ ਤਰ੍ਹਾਂ ਕਿ ਇਹ ਜਿਹੜੀ ਰਿਪੋਰਟ ਹੈ ADR ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਇੱਕ ਪੂਰੇ ਦੇਸ਼ ਵਿੱਚ ਆਪਣੇ ਕੰਮ ਕਰਦੀ ਹੈ। ਦਿੱਲੀ ਇਸ ਦਾ ਹੈੱਡ ਆਫਿਸ ਹੈ।
ਉਹ ਜਿਹੜਾ ਐਨਾਲਿਸਿਸ ਹੈ ਉਹਨਾਂ ਹਲਫਨਾਮਿਆਂ ਦਾ ਕਰਦੀ ਹੈ ਜਿਹੜੇ ਕਿ ਉਮੀਦਵਾਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਚੋਣ ਲੜਨ ਤੋਂ ਪਹਿਲਾਂ ਦਿੰਦੇ ਨੇ ਕਿ ਸਾਡੀ ਪ੍ਰਾਪਰਟੀ ਇੰਨੀ ਹੈ, ਸਾਡੇ ਤੇ ਇੰਨੇ ਕ੍ਰਿਮੀਨਲ ਕੇਸ ਨੇ ਤੇ ਸਾਡੇ ਕੋਲ ਇੰਨੀ ਜਾਇਦਾਦ ਹੈ। ਉਹ ਜਿਹੜੀ ਉਹਨਾਂ ਜਿਹੜੇ ਹਲਫੀਆ ਬਿਆਨ ਨੇ ਉਹਨਾਂ ਦਾ ਐਨਾਲਿਸਿਸ ਕਰਕੇ ADR ਸੰਸਥਾ ਲੋਕਾਂ ਨੂੰ ਦੱਸਦੀ ਹੈ ਕਿ ਤੁਹਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਦੀ ਇਸ ਤਰ੍ਹਾਂ ਦੀ ਬੈਕਗਰਾਉਂਡ ਹੈਗੀ ਆ, ਫਾਈਨੈਂਸ਼ੀਅਲ, ਕ੍ਰਿਮੀਨਲ ਜਾਂ ਹੋਰ ਜਿਹੜੇ ਕੁਝ ਪੁਆਇੰਟਸ ਹੁੰਦੇ ਨੇ ਉਹਦੇ ਬਾਰੇ ਦੱਸਦੇ ਆ। ਸੋ ਜਿਹੜੀ ਹੁਣ ਅੱਜ ਅਸੀਂ ਰਿਪੋਰਟ ਜਾਰੀ ਕੀਤੀ ਆ, ਇਹਦੇ ਵਿੱਚ 2004 ਤੋਂ ਲੈ ਕੇ ਹੁਣ ਤੱਕ ਜਿਹੜੇ ਕੈਂਡੀਡੇਟਸ ਸੀਗੇ ਲੋਕ ਸਭਾ ਦੇ ਅਤੇ ਵਿਧਾਨ ਸਭਾ ਦੇ, ਉਹਨਾਂ ਦੀ ਗਿਣਤੀ ਬਣਦੀ ਸੀ 3547। ਇੰਨੇ ਜਿਹੜੇ ਉਮੀਦਵਾਰ ਸੀਗੇ ਟੋਟਲ, ਔਰ ਉਹਦੇ ਵਿੱਚੋਂ ਜਿਹੜੇ 413 ਸੀਗੇ ਉਹ ਜਿੱਤੇ ਨੇ। ਕੁਝ ਉਹਨਾਂ ਦੇ ਵਿੱਚੋਂ MP ਬਣੇ ਨੇ ਤੇ ਕੁਝ MLA ਬਣੇ ਨੇ। ਸੋ ਉਹਨਾਂ ਦੇ ਜਿਹੜਾ ਹਲਫਨਾਮੇ ਸੀ, ਹਲਫੀਆ ਬਿਆਨ ਸੀ, ਉਹਦਾ ਐਨਾਲਿਸਿਸ ਦੱਸਦਾ ਕਿ ਇਹਨਾਂ 413 ਵਿੱਚੋਂ 69 ਜਿਹੜੇ MP ਜਾਂ MLA ਬਣੇ ਨੇ, ਇਹ ਟੋਟਲ 17% ਸੀਗੇ ਤੇ ਇਹ 17% ਨੇ ਆਪਣੇ ਖਿਲਾਫ ਅਪਰਾਧਿਕ ਕੇਸ ਦੱਸੇ ਆ ਕਿ ਸਾਡੇ ਤੇ ਵੱਖ-ਵੱਖ ਤਰ੍ਹਾਂ ਦੇ ਮਾਮਲੇ ਦਰਜ ਸੀਗੇ। ਸੋ ਇਹਨਾਂ ਵਿੱਚੋਂ ਜਿਹੜੇ 223 ਜਿਹੜੇ ਉਮੀਦਵਾਰ ਸੀਗੇ, 223 ਉਮੀਦਵਾਰਾਂ ਨੇ ਜਿਹੜੇ ਕਿ 6% ਬਣਦੇ ਆ ਤੇ 32% ਜਿਹੜੇ ਆ MPs ਸੀਗੇ, ਉਹਨਾਂ ਨੇ ਇਹ ਦੱਸਿਆ ਕਿ ਸਾਡੇ ਤੇ ਜ਼ਿਆਦਾ ਸੀਰੀਅਸ ਜਿਹੜੇ ਕੇਸ ਹੈ ਉਹ ਦਰਜ ਨੇ। ਜ਼ਿਆਦਾ ਸੀਰੀਅਸ ਜਿਹੜੇ ਕੇਸ ਹੈ ਉਹਦੇ ਵਿੱਚ ਜਿਵੇਂ ਰੇਪ ਦਾ ਕੇਸ ਹੁੰਦਾ ਜਾਂ ਮਰਡਰ ਦਾ ਕੇਸ ਹੁੰਦਾ ਜਾਂ ਅਟੈਂਪਟ ਟੂ ਮਰਡਰ, ਜਿਨ੍ਹਾਂ ਦੀ ਸਜ਼ਾ 5 ਸਾਲ ਤੋਂ ਜ਼ਿਆਦਾ ਹੁੰਦੀ ਹੈ, ਉਹ ਦੱਸੇ ਨੇ। ਸੋ ਇਸ ਤਰ੍ਹਾਂ ਇਹ ਜਦੋਂ ਉਮੀਦਵਾਰ ਆਪ ਆਪਣੇ ਬਾਰੇ ਕੇਸ ਦੱਸ ਰਿਹਾ ਤੇ ਲੋਕਾਂ ਨੂੰ ਉਸ ਚੀਜ਼ ਨੂੰ ਜੱਜ ਕਰਨਾ ਚਾਹੀਦਾ ਵੀ ਜੇ ਉਸ ਬੰਦੇ ਤੇ ਪਹਿਲਾਂ ਹੀ ਇੰਨੇ ਕੇਸ ਦਰਜ ਹੈ ਔਰ ਇੰਨੇ ਗੰਭੀਰ ਕੇਸ ਦਰਜ ਹੈ, ਉਸ ਨੂੰ ਆਪਾਂ ਵੋਟ ਪਾਉਣੀ ਹੈ ਜਾਂ ਨਹੀਂ ਪਾਉਣੀ, ਜਾਂ ਉਸ ਦੇ ਮੁਕਾਬਲੇ ਹੋਰ ਕਿਹੜਾ ਉਮੀਦਵਾਰ ਚੁਣਨਾ ਹੈ, ਜਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਪ੍ਰੈਸ਼ਰਾਈਜ਼ ਕਰਨਾ ਹੈ ਕਿ ਤੁਸੀਂ ਇੰਨੇ ਅਪਰਾਧਿਕ ਕੇਸਾਂ ਵਾਲੇ ਉਮੀਦਵਾਰਾਂ ਨੂੰ ਕਿਉਂ ਸਾਡੇ ਸਾਹਮਣੇ ਪੇਸ਼ ਕਰ ਰਹੇ ਹੋ, ਕਿਉਂ ਨਹੀਂ ਤੁਸੀਂ ਸਾਫ਼ ਸੁਥਰੇ ਅਕਸ ਵਾਲੇ ਨੂੰ ਟਿਕਟ ਦਿੰਦੇ। ਕਿਤਨਾ ਸਾਹਿਬ, ਤੁਹਾਡੀ ਦਿੱਤੇ ਗਏ ਅੰਕੜਿਆਂ ਦੇ ਵਿੱਚ ਇਹ ਹੈ ਕਿ 11% ਦੀ ਜਿਹੜੇ ਹੈਗੇ ਨੇ ਲੋਕ ਜਿਹੜੇ ਜਿਨ੍ਹਾਂ ਕੋਲੇ ਆਪਣਾ ਸਾਫ਼ ਗੋਈ ਵਾਲੇ ਨੇਗੇ, 11% ਦੀ ਜਿੱਤਦੇ ਨੇਗੇ ਉਹਦੇ ਚੋਂ, ਜਿੰਨੇ ਤੁਸੀਂ ਉਮੀਦਵਾਰਾਂ ਦੀ ਸੰਖਿਆ ਦੱਸੀ। 18% ਦੀ ਉਹ ਨੇ ਜਿਹੜੇ ਅਪਰਾਧਿਕ ਮਾਮਲੇ ਵਾਲੇ ਨੇ, ਜਿਹੜੇ ਕਿਤੇ ਨਾ ਕਿਤੇ ਵੋਟਰ ਆਪਦੀ ਗੈਰ ਜ਼ਿੰਮੇਵਾਰਾਨਾ ਜਾਂ ਜਾਗਰੂਕ ਨਹੀਂ ਹੈ। ਇਹ ਰੇਸ਼ੋ ਆ ਰਹੀ ਹੈ ਕਿ ਬਾਹੂਬਲੀ ਜ਼ਿਆਦਾ ਫੀਸਦੀ ਚ ਆ ਰਹੇ ਨੇ। ਦੇਖੋ, ਇਹ ਜਿਹੜਾ ਟ੍ਰੈਂਡ ਹੈ ਪਹਿਲਾਂ ਤੋਂ ਹੀ ਸਾਡੀ ਲੋਕਤੰਤਰ ਜਿਹੜਾ ਹੈਗਾ ਉਹਦੇ ਵਿੱਚ ਰਿਹਾ। ਅਸੀਂ ਦੇਖਦੇ ਆਏ ਹਾਂ ਕਿ ਪੋਲੀਟੀਕਲ ਪਾਰਟੀਆਂ ਨੇ ਆਪਣੇ ਹਲਕੇ ਦੇ ਵਿੱਚ ਉਸ ਟਾਈਪ ਦੇ ਬੰਦੇ ਨੂੰ ਟਿਕਟ ਦਿੰਦੇ। ਮੋਸਟਲੀ ਆਪਾਂ ਦੇਖਣ ਵਿੱਚ ਆਉਂਦਾ ਕਿ ਜਿਨ੍ਹਾਂ ਦਾ ਲੋਕਾਂ ਦੇ ਵਿੱਚ ਇੱਕ ਡਰ ਵੀ ਹੁੰਦਾ ਹੈ। ਇੱਕ ਤਾਂ ਹੁੰਦਾ ਵੀ ਚੰਗਾ ਪ੍ਰਭਾਵ ਹੈ ਉਸਦਾ, ਲੋਕਾਂ ਦੇ ਵਿੱਚ ਛਵੀ ਬਹੁਤ ਚੰਗੀ ਹੈ, ਲੇਕਿਨ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਜਿਨ੍ਹਾਂ ਦਾ ਲੋਕਾਂ ਵਿੱਚ ਡਰ ਹੈ ਜਾਂ ਜਿਹਦੀ ਥਾਣੇ ਜਾਂ ਹੋਰ ਸਰਕਾਰੀ ਦੁਆਰੇ ਪਹੁੰਚ ਵੀ ਜ਼ਿਆਦਾ ਆ, ਜਿਹਦੇ ਕੋਲ ਗੈਂਗਸਟਰ ਨੇ, ਉਸ ਟਾਈਪ ਦੇ ਬੰਦੇ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ। ਇਹ ਇੱਕ ਅਨਫੋਰਚੂਨੇਟ ਟ੍ਰੈਂਡ ਹੈ ਤੇ ਇਸ ਚੀਜ਼ ਨੂੰ ਰੋਕਣ ਵਾਸਤੇ ਲੋਕਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ। ਜਿਹੜੀਆਂ ਕੁਝ NGOs ਨੇ ਜਾਂ ਇਲੈਕਸ਼ਨ ਕਮਿਸ਼ਨ ਹੈ, ਉਹ ਆਪਣੇ ਲੈਵਲ ਤੇ ਐਫਰਟ ਕਰ ਰਹੇ ਨੇ, ਲੇਕਿਨ ਅਲਟੀਮੇਟਲੀ ਲੋਕਾਂ ਨੂੰ ਬੂਥ ਲੈਵਲ ਤੇ ਜਿਹੜੇ ਲੋਕ ਨੇ ਵੋਟ ਪਾਉਂਦੇ ਨੇ, ਉਹਨਾਂ ਨੂੰ ਵੀ ਅਵੇਅਰ ਹੋਣਾ ਪਊਗਾ ਕਿ ਅਸੀਂ ਕਿਹੋ ਜਿਹੇ ਲੋਕਾਂ ਨੂੰ ਵੋਟ ਪਾਉਣੀ ਹੈ। ਕਿਤਨਾ ਸਾਹਿਬ, ਆਪਾਂ ਇਹਨਾਂ ਗੱਲਾਂ ਤੇ ਆਉਂਦੇ ਹੈਗੇ ਵੀ ਲੋਕਾਂ ਦੀ ਜ਼ਿੰਮੇਵਾਰੀ ਕੀ ਹੈ, ਵੋਟਰਾਂ ਦੀ ਜ਼ਿੰਮੇਵਾਰੀ ਕੀ ਹੈ, ਉਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਪਰ ਜਿਹੜੇ ਤੁਸੀਂ ਅੰਕੜੇ ਪੇਸ਼ ਕੀਤੇ ਉਹ 'ਚ ਮੈਂ ਚਾਹਾਂਗਾ ਦਰਸ਼ਕਾਂ ਨੂੰ ਉਹ ਸਾਂਝਾ ਕਰੋ। ਕਾਂਗਰਸ ਦੇ ਕਿੰਨੇ ਨੇ ਦਾਗੀ ਇਸ 15 ਸਾਲਾਂ ਦੇ ਵਿੱਚ? ਅਲੱਗ-ਅਲੱਗ ਪਾਰਟੀ, ਅਕਾਲੀ ਦਲ ਦੇ ਕਿੰਨੇ ਨੇ, ਆਮ ਆਦਮੀ ਪਾਰਟੀ ਦੇ ਕਿੰਨੇ, ਲੋਕ ਇਨਸਾਫ ਪਾਰਟੀ ਦੇ ਕਿੰਨੇ ਨੇ? ਤੁਸੀਂ ਫੀਸਦੀ ਕੱਢੀ ਹੈਗੀ, ਫੀਸਦੀ ਤੋਂ ਛੱਡ ਕੇ ਦਰਸ਼ਕਾਂ ਨੂੰ ਸਿੱਧੇ ਅੰਕੜੇ ਦੱਸੋ ਵੀ ਕਿੰਨੇ ਸ਼ਾਮਲ ਹੋਏ ਤੇ ਕਿੰਨੇ ਇਸ ਨੂੰ ਅਪਰਾਧੀ ਅੰਕੜਿਆਂ 'ਚ ਨੇ। ਇਹ ਜਿਹੜਾ ਸਾਡਾ ਇਹ 14-15 ਸਾਲ ਦਾ ਐਨਾਲਿਸਿਸ ਹੈ, ਉਹਦੇ ਵਿੱਚ ਜਿਹੜੀ ਕਾਂਗਰਸ ਦੀਆਂ ਟਿਕਟਾਂ ਤੇ 195 ਬੰਦੇ ਚੁਣੇ ਗਏ ਸੀ, ਉਹਦੇ 'ਚ MP ਔਰ ਵਿਧਾਇਕ ਸੀਗੇ। ਉਹਨਾਂ ਦੇ ਵਿੱਚੋਂ 29 ਬੰਦਿਆਂ ਨੇ, ਯਾਨੀ ਕਿ 15% ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਜਿਹੜਾ ਐਲਾਨ ਕੀਤਾ ਸੀ। ਯਾਨੀ ਕਾਂਗਰਸ ਦੇ ਹੁਣ ਤੱਕ ਦੇ 15% ਜਿਹੜੇ ਉਮੀਦਵਾਰ ਸੀਗੇ ਉਹ ਉਹਨਾਂ ਤੇ ਅਪਰਾਧਿਕ ਕੇਸ ਦਰਜ ਸੀਗੇ। ਇਸ ਤੋਂ ਬਾਅਦ ਜਿਹੜੇ ਅਕਾਲੀ ਦਲ ਦੇ ਸੀ, ਉਹਦੇ 142 ਵਿੱਚੋਂ 29 ਜਿਹੜੇ ਉਹਨਾਂ ਦੇ ਚੁਣੇ ਗਏ ਸੀ ਉਮੀਦਵਾਰ, ਉਹ 20% ਬਣਦਾ, 20% ਲੋਕਾਂ ਤੇ ਮਾਮਲੇ ਦਰਜ ਸੀਗੇ। ਤੇ ਇਸੇ ਤਰ੍ਹਾਂ ਭਾਜਪਾ ਦੇ 42 ਟੋਟਲ ਚੁਣੇ ਗਏ ਸੀ, ਉਹਦੇ ਵਿੱਚੋਂ 4 ਯਾਨੀ 10%। ਤੇ ਆਮ ਆਦਮੀ ਪਾਰਟੀ ਦੇ, ਹਾਲਾਂਕਿ ਇਹ ਪਿਛਲੀਆਂ ਸਿਰਫ 2 ਇਲੈਕਸ਼ਨਸ ਦੇ ਵਿੱਚ ਆਈ ਹੈ,
ਉਹਦੇ 24 ਚੋਂ 3 ਯਾਨੀ ਕਿ 13% ਉਹਨਾਂ ਦੇ ਵੀ ਜਿਹੜੇ ਉਮੀਦਵਾਰ ਸੀਗੇ ਉਹਨਾਂ ਤੇ ਅਪਰਾਧਿਕ ਮਾਮਲੇ ਦਰਜ ਸੀਗੇ। ਹੁਣ ਲੋਕ ਇਨਸਾਫ ਪਾਰਟੀ ਹੈ, ਇਹਦੇ 'ਚ 2 ਉਮੀਦਵਾਰ ਖੜੇ ਸੀ, ਇਹਨਾਂ ਦੇ 2 ਹੀ ਜਿੱਤੂ ਰਹੇ ਆ, ਨਹੀਂ ਖੜੇ ਜ਼ਿਆਦਾ ਸੀਗੇ, ਤੇ ਉਹਦੇ ਵਿੱਚੋਂ 2 ਜਿੱਤੂ ਰਹੇ ਆ, 2 ਤੇ ਹੀ ਅਪਰਾਧਿਕ ਮਾਮਲੇ ਸੀਗੇ। ਤੇ ਇਸੇ ਤਰ੍ਹਾਂ ਜਿਹੜੇ 8 ਆਜ਼ਾਦ ਜਿਹੜੇ ਉਮੀਦਵਾਰ ਸੀਗੇ ਜਿਹੜੇ MP ਬਣੇ, ਤੇ ਉਹਨਾਂ ਦੇ ਵਿੱਚੋਂ 2 ਨੇ ਆਪਣੇ ਯਾਨੀ 25% ਨੇ ਆਪਣੇ ਖਿਲਾਫ ਜਿਹੜੇ ਅਪਰਾਧਿਕ ਮਾਮਲੇ ਡਿਕਲੇਅਰ ਕੀਤੇ ਆ। ਸੋ ਲਗਭਗ ਸਾਰੀਆਂ ਹੀ ਪਾਰਟੀਆਂ ਵਿੱਚ ਕ੍ਰਿਮੀਨਲ ਬੈਕਗਰਾਊਂਡ ਵਾਲੇ ਉਮੀਦਵਾਰ ਸੀਗੇ, ਤੇ ਉਹਨਾਂ ਦੇ ਵਿੱਚੋਂ ਹੀ MP ਤੇ MLA ਬਣੇ। ਔਰ ਇੱਕ ਚੀਜ਼ ਜਿਹੜੀ ਹੋਰ ਦੇਖਣ ਵਾਲੀ ਆਈ ਹੈ ਕਿ ਜਦੋਂ ਕਿਸੇ ਜਿਹੜਾ ਉਮੀਦਵਾਰ ਹੈ ਉਹਦੇ ਕੋਲ ਪ੍ਰੋਪਰਟੀ ਜ਼ਿਆਦਾ ਆ, ਉਹਦੇ ਤੇ ਕ੍ਰਿਮੀਨਲ ਕੇਸ ਜ਼ਿਆਦਾ ਨੇ, ਉਹਦੇ ਕੋਲ ਮਤਲਬ ਮਸਲ ਪਾਵਰ ਜ਼ਿਆਦਾ ਆ, ਉਹਦੇ ਜਿੱਤਣ ਦੇ ਅਸਾਰ ਉਨੇ ਜ਼ਿਆਦਾ ਵੱਧਦੇ ਸ਼ੋ ਹੋ ਰਹੇ ਨੇ ਜੋ ਡਾਟਾ ਐਨਾਲਿਸਿਸ ਕੀਤਾ ਸੀ। ਕਿਤਨਾ ਸਾਹਿਬ ਤੁਹਾਡੀ ਗੱਲ ਵੀ ਤਸਦੀਕ ਕਰਦੀ ਹੈ ਕਿ ਜੇ ਤੁਹਾਡੇ ਅੰਕੜੇ ਵੀ ਤਸਦੀਕ ਕਰਦੇ ਨੇ ਕਿ ਜਿੰਨਾ ਪਹਿਲਾਂ ਤਾਂ ਜਿਹੜੇ ਉਮੀਦਵਾਰ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਦੀ ਪ੍ਰਾਪਰਟੀ ਕਿੰਨੀ ਸੀ, ਫਿਰ ਵਧੀ, ਜਿਨ੍ਹਾਂ ਕੋਲੇ ਵਧੀ ਤੇ ਜਿਨ੍ਹਾਂ ਕੋਲੇ ਅਪਰਾਧਿਕ ਛਵੀ ਵੀ ਵਧੀ ਤਾਂ ਉਹਨਾਂ ਦਾ ਜਿੱਤਣ ਦਰ ਵੀ ਵਧੀ। ਹੁਣ ਮੈਂ ਚਾਹਾਂਗਾ ਦਰਸ਼ਕਾਂ ਨਾਲ ਤੁਸੀਂ ਇਹ ਸਾਂਝਾ ਕਰੋ ਕਿ ਜੇ ਤਾਂ ਪਾਰਟੀ ਵਾਈਜ਼ ਹੈ ਤਾਂ ਵੱਖਰੀ ਗੱਲ ਹੈ, ਨਹੀਂ ਵੈਸੇ ਦੱਸ ਦਿਓ ਸੰਖਿਆ ਦੇ ਮੁਤਾਬਕ ਵੀ ਕਿੰਨੇ ਵਿਧਾਨ ਸਭਾ 'ਚ ਲੜੇ ਤੇ ਉਸ ਤੋਂ ਬਾਅਦ ਉਹਨਾਂ ਦੀ ਕਿੰਨੇ ਫੀਸਦੀ ਉਹਨਾਂ ਦੀ ਆਰਥਿਕਤਾ ਸਮਰੱਥਾ ਵਧੀ ਹੈ। ਦੇਖੋ ਜਿਹੜੀ ਹੁਣ ਤੱਕ ਦਾ ਸਾਡੇ ਕੋਲ ਡਾਟਾ ਆ ਉਹਦੇ ਵਿੱਚ ਕਾਂਗਰਸ ਦੇ 195 ਜਿਹੜੇ ਮੈਂਬਰ ਸੀਗੇ ਪਾਰਲੀਮੈਂਟ ਜਾਂ ਵਿਧਾਇਕ ਸੀਗੇ, ਉਹਨਾਂ ਦੀ ਔਸਤਨ ਜਿਹੜੀ ਸੰਪਤੀ ਹੈ ਉਹ 13.59 ਕਰੋੜ ਯਾਨੀ ਕਿ 13.5 ਕਰੋੜ ਤੋਂ ਜ਼ਿਆਦਾ ਸੀ। ਔਰ ਇਸੇ ਤਰ੍ਹਾਂ ਭਾਜਪਾ ਦੇ ਜਿਹੜੇ 42 ਸੰਸਦ ਮੈਂਬਰ ਜਾਂ ਵਿਧਾਇਕ ਬਣੇ ਉਹਨਾਂ ਦੀ 7.18 ਸੀ। ਤੇ ਜਿਹੜੀਆਂ ਪੰਜਾਬ ਦੀਆਂ ਖੇਤਰੀ ਪਾਰਟੀਆਂ ਆ ਉਹਦੇ ਵਿੱਚ ਅਕਾਲੀ ਦਲ ਦੇ 142 ਜਿਹੜੇ ਸੰਸਦ ਮੈਂਬਰ ਸੀਗੇ ਜਾਂ ਵਿਧਾਇਕ ਸੀਗੇ, ਉਹਨਾਂ ਦੀ ਐਵਰੇਜ ਜਿਹੜੀ ਆ ਪ੍ਰੋਪਰਟੀ ਆ ਉਹ 11.33 ਤੇ ਜਿਹੜੇ ਆਜ਼ਾਦ ਸੀਗੇ ਉਹਨਾਂ ਦੀ ਜਿਹੜੀ ਔਸਤਨ ਜਾਇਦਾਦ ਸੀ ਉਹ 3.75 ਕਰੋੜ ਸੀ। ਸੋ ਜਿਹੜੀ ਇਹਨਾਂ ਦੀ ਐਵਰੇਜ ਇਹ ਸੀਗੀ, ਲੇਕਿਨ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਜ਼ਿਆਦਾ ਨੇ ਔਰ ਉਹ ਜਦੋਂ ਜਿੱਤ ਕੇ ਗਏ ਨੇ ਉਹਨਾਂ ਦੀ ਐਵਰੇਜ ਜਿਹੜੀ ਪ੍ਰੋਪਰਟੀ ਹੈ ਉਹ 26 ਕਰੋੜ ਦੇ ਕਰੀਬ ਹੈ। ਜਿਨ੍ਹਾਂ ਤੇ ਜ਼ਿਆਦਾ ਸੀਰੀਅਸ ਐਲੀਗੇਸ਼ਨ ਨੇ, ਜਿਨ੍ਹਾਂ ਨੇ ਅਪਰਾਧਿਕ ਮਾਮਲੇ ਆਪਣੇ ਤੇ ਡਿਕਲੇਅਰ ਕੀਤੇ ਆ ਉਹਨਾਂ ਦੀ 18 ਕਰੋੜ ਹੈ, ਤੇ ਜਿਨ੍ਹਾਂ ਤੇ ਜ਼ਿਆਦਾ ਸੀਰੀਅਸ ਐਲੀਗੇਸ਼ਨ ਨੇ ਜਾਂ ਉਹਨਾਂ ਤੇ ਧਾਰਾਵਾਂ ਲੱਗੀਆਂ ਹੋਈਆਂ ਨੇ ਉਹਨਾਂ ਦੀ 26 ਕਰੋੜ ਬਣਦੀ ਹੈ। ਇਸ ਤੋਂ ਇਹ ਸਿੱਧ ਹੁੰਦਾ ਕਿ ਯਾਨੀ ਇਹ ਟ੍ਰੈਂਡ ਇੱਕ ਗਲਤ ਚੱਲ ਰਿਹਾ, ਜਿਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਐਫਰਟ ਕਰਨੀਆਂ ਚਾਹੀਦੀਆਂ ਨੇ। ਫਿਰ ਇੱਕ ਗੱਲ ਕੀਤੀ ਜਾਂਦੀ ਹੈ ਕਿ ਔਰਤ ਦੀ ਭਾਗੀਦਾਰੀ ਦੀ। ਹੁਣ ਹਰ ਪਾਰਟੀ ਕਹਿੰਦੀ 33% ਤੋਂ ਕੋਈ ਲੀਗਲੀ ਵੀ ਇਹ ਕੋਈ ਅਧਿਕਾਰ ਹੋਏਗਾ। ਹੁਣ ਤੁਸੀਂ ਤਾਂ ਜਿੱਤਣ ਵਾਲਿਆਂ ਦੇ ਵਿੱਚ ਕਿੰਨੇ ਉਮੀਦਵਾਰ ਮਹਿਲਾ ਲੜੇ ਤੇ ਕਿੰਨੇ ਜੇਤੂ ਹਾਸਲੇ, ਉਹਨਾਂ ਦਾ ਫੀਸਦ ਕੀ ਕਹਿੰਦਾ? ਦੇਖੋ ਸਾਰੀਆਂ ਪਾਰਟੀਆਂ ਕਹਿੰਦੀਆਂ ਕਿ ਅਸੀਂ ਔਰਤਾਂ ਨੂੰ ਬਰਾਬਰਤਾ ਦਾ ਹੱਕ ਦੇ ਰਹੇ ਹਾਂ, ਲੇਕਿਨ ਜਿਹੜਾ ਇਹਨਾਂ ਪੋਲੀਟੀਕਲ ਪਾਰਟੀਆਂ ਨੇ ਔਰਤਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਦਰਜਾ ਦਿੱਤਾ ਉਹ ਇਹ ਹੈ ਕਿ 3547 ਉਮੀਦਵਾਰਾਂ ਵਿੱਚੋਂ ਸਿਰਫ 256 ਉਮੀਦਵਾਰ ਜਿਹੜੀਆਂ ਉਹ ਮਹਿਲਾਵਾਂ ਸਨ। ਯਾਨੀ ਕਿ ਆਪਾਂ ਗੱਲ ਕਰਦੇ ਹਾਂ ਕਿ ਔਰਤਾਂ ਨੂੰ 50% ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਚੋਣਾਂ ਦੇ ਵਿੱਚ, ਲੇਕਿਨ ਹੁਣ ਤੱਕ ਪਾਰਟੀਆਂ ਨੇ ਸਿਰਫ 7% ਦਿੱਤੀ ਆ। ਸੋ ਇਸ ਤਰ੍ਹਾਂ ਇਹ ਡਾਟਾ ਸ਼ੋ ਕਰਦਾ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਦੱਸ ਕੁਝ ਹੋ ਰਹੀਆਂ ਨੇ, ਕਰ ਕੁਝ ਹੋ ਰਹੀਆਂ ਨੇ। ਸੋ ਇਹ ਇੱਕ ਮੇਰਾ ਖਿਆਲ ਇਹੋ ਜਿਹਾ ਡਾਟਾ ਆ ਜਿਹੜਾ ਅਸੀਂ ਅੱਜ ਰਿਲੀਜ਼ ਕੀਤਾ ਵੀ ਹੁਣ ਤੱਕ ਸਿਰਫ 7% ਜਿਹੜੀਆਂ ਸੀਟਾਂ ਮਿਲੀਆਂ ਔਰਤਾਂ ਨੂੰ, ਤੇ ਔਰਤਾਂ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਨੇ ਜਾਂ ਹੋਰ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਇਸ ਮੁੱਦੇ ਤੇ ਬੋਲਣਾ ਚਾਹੀਦਾ ਕਿ ਕੀ ਸਾਡੇ ਲਈ 50% ਜਿਹੜੀਆਂ ਸੀਟਾਂ ਆ ਉਹ ਕਿਉਂ ਨਹੀਂ ਰਾਖਵੀਆਂ ਕੀਤੀਆਂ ਜਾਂਦੀਆਂ। ਚਲੋ ਹਰ ਮੁੱਦੇ ਤੇ ਤੁਸੀਂ ਇੱਕ ਅੰਕੜੇ ਪੇਸ਼ ਕੇ ਇੱਕ ਸਵਾਲ ਖੜੇ ਕੀਤੇ ਨੇ ਤੇ ਜ਼ਿੰਮੇਵਾਰੀਆਂ ਤੈਅ ਕਰਨ ਦੀ ਕੋਸ਼ਿਸ਼ ਕੀਤੀ ਆ। ਹੁਣ ਅਸੀਂ ਇਹਨਾਂ ਤੋਂ ਵੱਖਰੀ ਗੱਲ ਕਰਦੇ ਹਾਂ ਅੰਕੜਿਆਂ ਤੋਂ ਇਲਾਵਾ। ਤੁਹਾਡੀ ਸੰਸਥਾ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ, ਕੀ ਤੁਸੀਂ ਇਸ ਨੂੰ ਨਹੀਂ ਸਮਝਦੇ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਨੁਮਾਇੰਦਿਆਂ ਦੇ ਪੱਖੀ ਨੇ, ਵਿਰਲਾ ਇਸਤੇਮਾਲ ਕਰਕੇ, ਜਿਵੇਂ ਐਫੀਡੇਵਿਟ ਦਿੱਤਾ ਜਾਂਦਾ ਹੈ, ਵਿਰਲਾ ਇਸਤੇਮਾਲ ਕਰਕੇ ਕਿਤੇ ਨਾ ਕਿਤੇ ਉਹ ਚੋਰ ਮੋਰੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਦੇ ਨੇ? ਇਹਦੇ ਵਿੱਚ ਕੋਈ ਸੁਧਾਰ ਹੋਣਾ ਚਾਹੀਦਾ। ਦੇਖੋ ਜਿਹੜੇ ਐਫੀਡੇਵਿਟਸ ਫਾਈਲ ਕਰਨੇ ਸ਼ੁਰੂ ਕੀਤੇ ਆ ਉਹ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋਏ ਆ। ਅਦਰਵਾਈਜ਼ ਇਹ ਸਰਕਾਰ ਨੇ ਨਹੀਂ ਬਣਾਏ ਬਲਕਿ ਸੁਪਰੀਮ ਕੋਰਟ ਦਾ ਹੁਕਮ ਸੀਗਾ ਕਿ ਹੁਣ ਜਦੋਂ ਐਫੀਡੇਵਿਟ ਫਾਈਲ ਕੀਤੇ ਜਾਂਦੇ ਆ ਘੱਟ ਤੋਂ ਘੱਟ ਸਾਨੂੰ ਉਸ ਦੀ ਫਾਈਨੈਂਸ਼ੀਅਲ ਬੈਕਗਰਾਊਂਡ ਬਾਰੇ ਪਤਾ ਲੱਗ ਜਾਂਦਾ, ਉਸ ਦੇ ਕ੍ਰਿਮੀਨਲ ਬੈਕਗਰਾਊਂਡ ਬਾਰੇ ਪਤਾ ਲੱਗ ਜਾਂਦਾ, ਜਾਂ ਉਸ ਦੀ ਹੋਰ ਪ੍ਰੋਪਰਟੀ ਬਾਰੇ, ਜਾਂ ਈਵਨ ਕਿ ਉਸ ਕੋਲ ਜਿਊਲਰੀ ਕਿੰਨੀ ਹੈ, ਉਸ ਕੋਲ ਹੀ ਨਹੀਂ ਉਸ ਦੇ ਪਰਿਵਾਰ ਕੋਲ, ਉਸ ਦੀ ਪਤਨੀ ਕੋਲ, ਉਹ ਵੀ ਸਾਰਾ ਸਾਡੇ ਕੋਲ ਡਾਟਾ ਆ ਰਿਹਾ।
ਸੋ ਹੌਲੀ ਹੌਲੀ ਕੁਝ ਹੋਰ ਜਿਹੜੇ ਸੁਧਾਰ ਵਾਸਤੇ ਕੁਝ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਨੇ, ਤੇ ਜਿਹੜੀਆਂ ਸੰਸਥਾਵਾਂ ਕੰਮ ਕਰ ਰਹੀਆਂ ਉਸ ਦਾ ਜਿਹੜਾ ਰਿਜ਼ਲਟ ਹੈ ਵਧੀਆ ਆਊਗਾ। ਕਹਿਣ ਦਾ ਮਤਲਬ ਕਿ ਇਹ ਜਿਹੜੇ ਜ਼ਿੰਮੇਵਾਰ ਨੁਮਾਇੰਦੇ ਅਸੀਂ ਚੁਣਦੇ ਹਾਂ, ਪਾਰਲੀਮੈਂਟ ਜਿਹੜੀ ਕਾਨੂੰਨ ਬਣਾਉਂਦੀ ਹੈ, ਵਿਧਾਨ ਸਭਾ ਜਿਹੜੀ ਕਾਨੂੰਨ ਬਣਾਉਂਦੀ ਹੈ, ਜਿਹੜੀਆਂ ਨੀਤੀਆਂ ਬਣਾਉਂਦੀ ਹੈ, ਉਹਨਾਂ ਨੇ ਆਪਦੀ ਜ਼ਿੰਮੇਵਾਰੀ ਨਹੀਂ ਸਮਝੀ, ਆਪਦੇ ਆਪ ਨੂੰ ਪਾਸੇ ਹੀ ਰੱਖਿਆ। ਇਹ ਤਾਂ ਕਿਤੇ ਅਦਾਲਤ ਨੇ ਆਪਦਾ ਯਾਨੀ ਸੰਗਿਆਨ ਲੈ ਕੇ ਇਹ ਕੰਮ ਕੀਤਾ। ਹੁਣ ਜਿਹੜੇ ਆਪਾਂ ਇੱਕ ਸਵਾਲ ਉੱਠਦਾ ਕਿ ਤੁਸੀਂ ਦੱਸਿਆ ਕਿ 18% ਨੇ ਜਿੱਤਣ ਵਾਲਿਆਂ ਦੀ ਦਰ, ਜਿਹੜੇ ਕਿ ਬਾਹੂਬਲੀ ਨੇ, ਜਿਨ੍ਹਾਂ ਕੋਲੇ ਪੈਸਾ ਵੀ ਚੰਗਾ ਤੇ ਅਪਰਾਧਿਕ ਮਾਮਲੇ ਵੀ ਚੰਗੇ। ਕੀ ਇਹ ਗੱਲ ਸੁਧਾਰ ਦੀ ਲੋੜ ਨਹੀਂ ਹੈ ਕਿ ਜਿਨ੍ਹਾਂ ਦੇ ਮਾਮਲੇ ਨੇ ਜਿਹੜੇ ਜਾਂਦੇ ਨੇ ਉਹ ਮਾਮਲੇ ਫਾਸਟ ਟਰੈਕ ਰਾਹੀਂ ਜਲਦੀ ਨਿਬੇੜੇ ਜਾਣ, ਜਾਂ ਉਹਦਾ ਕੋਈ ਉਦੋਂ ਬਾਅਦ ਉਹਦੀ ਨੁਮਾਇੰਦਗੀ ਰੱਦ ਕੀਤੀ ਜਾਵੇ? ਦੇਖੋ, ਇਹ ਸਾਰਾ ਪ੍ਰੋਸੈਸ ਵੀ ਚੱਲ ਰਿਹਾ ਹੈ ਔਰ ਸੁਪਰੀਮ ਕੋਰਟ ਨੇ ਹੁਕਮ ਹੀ ਦਿੱਤਾ ਹੋਇਆ, ਲੇਕਿਨ ਉਸ ਦੇ ਵਿੱਚ ਸ਼ਾਇਦ ਕੋਈ ਪੈਂਡੈਂਸੀ ਸੀ ਜਿਹਦੇ ਕਰਕੇ ਉਹ ਪੂਰੀ ਤਰ੍ਹਾਂ ਜਿਹੜਾ ਲਾਗੂ ਨਹੀਂ ਹੋਇਆ। ਲੇਕਿਨ ਇਹ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ, ਜਦੋਂ ਪਬਲਿਕ ਇੰਟਰਸਟ ਦੀ ਕੋਈ ਗੱਲ ਹੁੰਦੀ ਹੈ ਉਦੋਂ ਇਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ, ਜਦਕਿ ਚੋਣਾਂ ਲੜਨ ਵੇਲੇ ਜਾਂ ਲੋਕਾਂ 'ਚ ਪ੍ਰਚਾਰ ਕਰਨ ਵੇਲੇ ਇੱਕ ਦੂਜੇ ਦੇ ਵਿਰੋਧੀ ਹੁੰਦੀਆਂ। ਫਾਰ ਐਗਜ਼ਾਮਪਲ, ਕੁਝ ਟਾਈਮ ਪਹਿਲਾਂ ਇੱਕ ਗੱਲ ਹੋਈ ਸੀ ਕਿ ਇਹਨਾਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਆਰਟੀਆਈ ਦੇ ਅੰਡਰ ਲਿਆਉਣਾ ਚਾਹੀਦਾ, ਤੇ ਜਦੋਂ ਆਰਟੀਆਈ ਦੇ ਅੰਡਰ ਲਿਆਉਣ ਦੀ ਗੱਲ ਕੀਤੀ, ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਨੇ ਇੱਕ ਮੁੱਠਤਾ ਦੇ ਨਾਲ ਇਹ ਗੱਲ ਕਹੀ ਕਿ ਅਸੀਂ ਆਰਟੀਆਈ ਦੇ ਅੰਡਰ ਨਹੀਂ ਆਉਣਾ। ਜੇਕਰ ਪਾਰਲੀਮੈਂਟ ਇਹ ਕਾਨੂੰਨ ਬਣਾ ਸਕਦੀ ਹੈ ਰਾਈਟ ਟੂ ਇਨਫੋਰਮੇਸ਼ਨ ਦਾ, ਜਿਹਦੇ 'ਚ ਸਾਰੇ ਸਰਕਾਰੀ ਦਫ਼ਤਰ ਜਾਂ ਸਰਕਾਰੀ ਏਡ ਵਾਲੇ ਹੋਰ ਅਦਾਰੇ ਕਵਰ ਹੋ ਸਕਦੇ ਆ, ਤੇ ਪੋਲੀਟੀਕਲ ਪਾਰਟੀਆਂ ਕਵਰ ਕਿਉਂ ਨਹੀਂ ਹੁੰਦੀਆਂ? ਸੋ ਇਹ ਕੇਸ ਵੀ ਅੱਜ ਦੀ ਡੇਟ ਵਿੱਚ ਸੁਪਰੀਮ ਕੋਰਟ ਦੇ ਵਿੱਚ ਹੈ, ਤੇ ਉਸ ਦਾ ਸਾਨੂੰ ਰਿਜ਼ਲਟ ਤੇ ਵੇਟ ਕਰਨਾ ਪਏਗਾ। ਪਟੀਸ਼ਨਰ ਤੁਸੀਂ ਹੋ ਇਸ 'ਤੇ? ਨਹੀਂ, ਇਹਦੇ ਵਿੱਚ ADR ਕੋ ਪਟੀਸ਼ਨਰ ਹੈ, ਇੱਕ ਹੋਰ ਸ਼ਾਇਦ ਐਗਜ਼ੈਕਟ ਮੈਨੂੰ ਸੰਸਥਾ ਦਾ ਨਾਮ ਨਹੀਂ, ਸ਼ਾਇਦ ਪੀਪਲਜ਼ ਯੂਨੀਅਨ ਨਾਮ ਦੀ ਸੰਸਥਾ ਹੈ ਜਿਸ ਨੇ ਇਹ ਕੇਸ ਲਗਾਇਆ ਹੋਇਆ। ਇੱਕ ਲਾਸਟ ਸਵਾਲ, ਕਿਤਨਾ ਸਾਹਿਬ, ਇੱਕ ਆਪਾਂ ਅੰਕੜੇ ਦਿੰਦੇ ਆ, ਲੋਕਾਂ ਨੇ ਸਵਾਲ ਖੜੇ ਕਰਦੇ ਆ, ਲੋਕਾਂ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਸਮਝਣ ਕਿ ਵੋਟ ਕਿਸ ਤਰ੍ਹਾਂ ਕਰਨਾ ਹੈ ਜਾਂ ਆਪਣੇ ਨੁਮਾਇੰਦੇ ਕਿਸ ਤਰ੍ਹਾਂ ਚੁਣਨੇ। ਕੀ ਤੁਸੀਂ ਇਹਦੇ ਸੰਬੰਧੀ ਇਸ ਤੋਂ ਇਲਾਵਾ ਕੋਈ ਜਾਗਰੂਕਤਾ ਕੈਂਪ ਵੀ ਚਲਾਉਂਦੇ ਹੋ? ਹਾਂਜੀ, ਅਸੀਂ ਜਦੋਂ ਜਿਸ ਤਰ੍ਹਾਂ ਹੁਣ ਇਲੈਕਸ਼ਨ ਕੋਡ ਲੱਗ ਗਿਆ, ਅਸੀਂ ADR ਵੱਲੋਂ ਹੋਰ ਜਿਹੜੀਆਂ ਕੁਝ ਲੋਕਲ NGOs ਹੈਗੀਆਂ ਉਹਨਾਂ ਦੇ ਨਾਲ ਟਾਈ ਅਪ ਕਰਕੇ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਇਹ ਅਵੇਅਰਨੈਸ ਕੈਂਪੇਨ ਚਲਾਉਂਦੇ ਹਾਂ, ਔਰ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਥਾਨਕ ਜਿੱਥੇ ਵੀ ਸਾਡਾ ਉਹ ਸੈਮੀਨਾਰ ਹੁੰਦਾ ਜਾਂ ਕੋਈ ਵੀ ਹੋਰ ਪ੍ਰੋਗਰਾਮ ਹੁੰਦਾ, ਉਹਦੇ 'ਚ ਅਸੀਂ ਦੱਸਦੇ ਹਾਂ ਕਿ ਤੁਹਾਡੇ ਹਲਕੇ ਦੇ ਇਹ ਉਮੀਦਵਾਰ ਨੇ, ਉਹਨਾਂ ਦੀ ਇਹ ਪ੍ਰੋਪਰਟੀ ਹੈ ਜਾਂ ਉਹਨਾਂ ਦਾ ਇਹ ਹੋਰ ਬੈਕਗਰਾਊਂਡ ਹੈ। ਇੱਥੋਂ ਤੱਕ ਕਿ ਹੁਣ ਅਸੀਂ ਜਦੋਂ ਇਹਨਾਂ ਨੇ ਇਲੈਕਸ਼ਨ ਸਮੇਂ ਇਹਨਾਂ ਨੇ ਐਫੀਡੇਵਿਟ ਫਾਈਲ ਕਰ ਦੇਣੇ ਆ, ਨੋਮੀਨੇਸ਼ਨ ਪੇਪਰ ਫਾਈਲ ਕਰ ਦੇਣੇ ਆ, ਉਦੋਂ ਅਸੀਂ ਇੱਕ ਨੰਬਰ ਜਾਰੀ ਕਰਦੇ ਹਾਂ। ਉਹਦੇ 'ਚ ਜਿੱਥੋਂ ਵੀ ਤੁਸੀਂ ਇੱਕ ਉਸ 'ਤੇ SMS ਕਰੋਗੇ ਆਪਣਾ ਨਾਮ ਲਿਖ ਕੇ ਜਾਂ ਆਪਣੇ ਹਲਕੇ ਦਾ ਨਾਮ ਲਿਖ ਕੇ, ਉੱਥੋਂ ਦੇ ਜਿੰਨੇ ਵੀ ਉਮੀਦਵਾਰ ਖੜੇ ਹੋਣਗੇ, ਜਿਹੜੀ ਮਰਜ਼ੀ ਪਾਰਟੀ ਦੇ ਹੋਣ, ਜਿੰਨਿਆਂ ਨੇ ਵੀ ਨੋਮੀਨੇਸ਼ਨ ਫਾਈਲ ਕੀਤੀ ਆ, ਉਹਦੀ ਸਾਰੀ ਡਿਟੇਲ ਤੁਹਾਡੇ ਮੋਬਾਈਲ 'ਤੇ ਆ ਜਾਂਦੀ ਹੈ ਵੀ ਇਸ ਪਾਰਟੀ ਦਾ ਉਮੀਦਵਾਰ ਹੈ ਤੇ ਉਸ ਦੀ ਬੈਕਗਰਾਊਂਡ ਆਇਆ। ਤੁਸੀਂ ਫਿਰ ਉਹ ਨੰਬਰ ਦਰਸ਼ਕਾਂ ਨੂੰ ਜਾਰੀ ਕਰ ਦਿਓ? ਹਾਲੇ ਨਹੀਂ ਹੈ, ਜਦੋਂ ਹਾਲੇ ਉਹਨਾਂ ਕਿਉਂਕਿ ਨੋਮੀਨੇਸ਼ਨ ਫਾਈਲ ਨਹੀਂ ਹੋਈ, ਜਦੋਂ ਨੋਮੀਨੇਸ਼ਨ ਫਾਈਲ ਹੋ ਗਈ ਉਦੋਂ ਆਪਾਂ ਜਾਰੀ ਕਰਦੇ ਹਾਂ ਜੀ। ਇਹ ਸਨ ਕਿਤਨਾ ਸਾਹਿਬ, ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਉਹਨਾਂ ਦੀ ਡੈਟੇ, ਉਹਨਾਂ ਦੀ ਜਾਗਰੂਕਤਾ ਸੰਬੰਧੀ ਜਾਗਰੂਕਤਾ ਪੈਦਾ ਕਰਨ ਸੰਬੰਧੀ ਲੱਗੀ ਕੋਈ ਦੌੜ ਦੇ ਵਿੱਚ ਆਮ ਲੋਕਾਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਤੇ ਵੋਟਰਾਂ ਨੂੰ ਜਾਗਰੂਕ ਹੋ ਕੇ ਵੋਟ ਕਰਨਾ ਚਾਹੀਦਾ। ਉਹਨਾਂ ਦੇ ਅੰਕੜੇ ਤੇ ਉਹਨਾਂ ਦੀ ਗੱਲਬਾਤ ਇਹ ਦੱਸਦੀ ਹੈ ਕਿ ਜਿਹੜੇ ਨੁਮਾਇੰਦੇ ਵੋਟਰ ਚੁਣਦੇ ਨੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਪਹਿਲਾਂ ਤਾਂ ਨੀਤੀਆਂ ਕੁਛ ਐਸੀਆਂ ਨਹੀਂ ਬਣਾਉਂਦੇ ਜਿਹੜੀਆਂ ਲੋਕ ਪੱਖੀ ਹੋਣ। ਜੇ ਨੀਤੀਆਂ ਬਣਾਉਂਦੇ ਨੇ ਤਾਂ ਆਪਦੇ ਆਪ ਨੂੰ ਵੱਖਰਾ ਕਰ ਲੈਂਦੇ ਨੇ। ਜਿਵੇਂ RTI ਦੀ ਉਹਨਾਂ ਨੇ ਗੱਲ ਕੀਤੀ, RTI ਦੇ ਵਿੱਚ ਉਹਨਾਂ ਨੇ ਖੁਦ ਨੂੰ ਜਾਨੀ ਉਹਨਾਂ ਦੀ ਫੰਡਿੰਗ ਕਿੰਨੀ ਆਉਂਦੀ ਹੈ, ਕਿੱਥੋਂ ਆਉਂਦੀ ਹੈ, ਪੈਸਾ ਕਿੱਥੋਂ ਵਰਤਿਆ ਜਾਂਦਾ, ਉਹ ਵੀ RTI ਦੇ 'ਚ ਲਿਆਉਣ ਦੇ ਵਿੱਚ ਵੱਖਰਾ ਕਰ ਦਿੱਤਾ। ਜਦੋਂ ਕਿ ਇੱਕ ਪਟੀਸ਼ਨਰ ਨੇ, ADR ਸੰਸਥਾ ਦੀ ਪਟੀਸ਼ਨਰ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਵਿਚਾਰ ਅਧੀਨ ਹੈ ਕਿ ਉਸ ਤੋਂ ਬਾਅਦ ਕੀ ਹੁੰਦਾ, ਕਿਵੇਂ ਹੁੰਦਾ। ਇਹ ਗੱਲਾਂ ਤਾਂ ਅਦਾਲਤ ਦੇ ਵਿੱਚ ਨੇ, ਪਰ ਨੁਮਾਇੰਦੇ ਚੁਣਨ ਤੋਂ ਪਹਿਲਾਂ ਉਹਨਾਂ ਨੂੰ ਸਮਝ ਕੇ ਵੋਟ ਪਾਉਣਾ, ਇੱਕ 5 ਸਾਲ ਬਾਅਦ ਵੋਟ ਪਾਉਣ ਦਾ ਅਧਿਕਾਰ ਆਉਂਦਾ, ਇੱਕ ਬਹੁਤ ਵੱਡਾ ਅਧਿਕਾਰ ਹੈ। ਉਸ ਨੂੰ ਬਿਨਾਂ ਸੋਚੇ ਸਮਝੇ ਵੋਟਰ ਨਾ ਪਾਉਣ ਤਾਂ ਹੋ ਸਕਦਾ ਹੈ ਕਿ ਵੋਟਰ ਵੀ ਆਪਦੀ ਜ਼ਿੰਮੇਵਾਰੀ ਪੂਰੀ ਕਰ ਲੈਣ, ਜੋ ਇਹ ਚਾਹੁੰਦੇ ਨੇ, ਜੋ ਇਹ ਸੰਸਥਾ ਚਾਹੁੰਦੀ ਹੈ ਕਿ ਵੋਟਰ ਵੀ ਆਪਦੀ ਜ਼ਿੰਮੇਵਾਰੀ ਨਿਭਾਉਣ, ਜਿਸ ਕਰਕੇ ਨੁਮਾਇੰਦੇ ਸਹੀ ਹੋਣ ਤੇ ਲੋਕਾਂ ਦੀ ਗੱਲ ਕਰਨ ਤੇ ਲੋਕਤੰਤਰ ਸਹੀ ਅਰਥਾਂ ਵਿੱਚ ਅਮਲ ਦੇ ਵਿੱਚ ਆਵੇ। ਅਸੀਂ ਜਿਹੜੀਆਂ ਚਰਚਾਵਾਂ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਹਾਂ, ਜੇ ਸਾਡੀਆਂ ਇਹ ਜਿਹੀਆਂ ਚਰਚਾਵਾਂ ਠੀਕ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਦੇਖਦੇ ਰਹੋ ਲਗਾਤਾਰ ਸਕਾਈ ਨਿਊਜ਼।